ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਸਰੀਰ ਨਾਲ ਮਨੁੱਖ ਜਿਹੋ ਜਿਹਾ ਕੋਈ ਚੰਗਾ ਜਾਂ ਮਾੜਾ ਕਰਮ ਕਰਦਾ ਹੈ, ਉਸ ਦਾ ਫਲ ਅਵਸ਼ ਉਸ ਨੂੰ ਭੋਗਣਾ ਹੀ ਪੈਂਦਾ ਹੈ। ਜਿਵੇਂ ਧਰਤੀ ਵਿੱਚ ਕਿਸਾਨ ਜਿਹੋ ਜਿਹਾ ਬੀਜ ਪਾਉਂਦਾ ਹੈ, ਉਸ ਨੂੰ ਉਸੇ ਫਲ ਦੀ ਹੀ ਪ੍ਰਾਪਤੀ ਹੁੰਦੀ ਹੈ। ਇਹ ਬਹੁਤ ਵੱਡਾ ਭੁਲੇਖਾ ਹੈ ਕਿ ਮਨੁੱਖ ਕਰਮ ਕੋਈ ਹੋਰ ਕਰੇ ਅਤੇ ਆਸ ਕਿਸੇ ਹੋਰ ਫਲ ਦੀ ਰੱਖੇ। ਇਸੇ ਲਈ ਗੁਰਬਾਣੀ ਵਿੱਚ ਬਾਬਾ ਫਰੀਦ ਜੀ ਨੇ ਬੜੀ ਸੁੰਦਰ ਮਿਸਾਲ ਦੇ ਕੇ ਸਾਨੂੰ ਮਾੜੇ ਕਰਮ ਕਰਨ ਵੱਲੋਂ ਸੁਚੇਤ ਕੀਤਾ ਹੈ। ਫਰੀਦਾ ਲੋੜੈ ਦਾਖ, ਬਿਜੋਰੀਆਂ ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਏ ਦਾ ਪੈਦਾ ਲੋੜੈ ਪੱਟ। ਬਾਬਾ ਫਰੀਦ ਜੀ ਫਰਮਾਨ ਕਰਦੇ ਹਨ ਕਿ ਕੋਈ ਮਨੁੱਖ ਖੇਤ ਵਿੱਚ ਕਿੱਕਰਾਂ ਦੇ ਬੀਜ ਬੀਜੇ ਅਤੇ ਉਹਨਾਂ ਦੇ ਬੀਜਾਂ ਤੋਂ ਬਣੇ ਕਿੱਕਰ ਦੇ ਦਰਖਤ ਤੋਂ ਆਸ ਇਹ ਕਰੇ ਕਿ ਮੈਨੂੰ ਬਿਜੋਰ ਦੇਸ਼ ਦੇ ਸੋਹਣੇ ਮਿੱਠੇ ਅੰਗੂਰ ਪ੍ਰਾਪਤ ਹੋਣ। ਇਹ ਕਦੀ ਨਹੀਂ ਹੋ ਸਕਦਾ। ਕਿੱਕਰਾਂ ਤੋਂ ਤਾਂ ਕੋੜੀਆਂ, ਫਲੀਆਂ ਅਤੇ ਸੂਲਾਂ ਹੀ ਪ੍ਰਾਪਤ ਹੋਣਗੀਆਂ। ਕੋਈ ਮਨੁੱਖ ਧਾਗਾ ਤਾਂ ਉਹਨਾਂ ਦਾ ਕੱਤੇ ਅਤੇ ਆਸ ਰੱਖੇ ਉਹਨਾਂ ਦੇ ਧਾਗੇ ਤੋਂ ਮੈਨੂੰ ਨਰਮ ਰੇਸ਼ਮ ਦਾ ਕੱਪੜਾ ਪ੍ਰਾਪਤ ਹੋਵੇ। ਇਹ ਕਦੇ ਨਹੀਂ ਹੋ ਸਕਦਾ। ਉਸ ਦੇ ਧਾਗੇ ਤੋਂ ਤਾਂ ਖੁਰਦਰਾ ਕੰਬਲ ਹੀ ਬਣੇਗਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਇਸ ਤੋਂ ਸਪਸ਼ਟ ਹੋਰ ਕੀ ਅਗਵਾਈ ਕਰ ਸਕਦੇ ਹਨ। ਗੁਰੂ ਫਰਮਾਨ ਹੈ, ਐ ਮਨੁੱਖ ਆਪੇ ਬੀਜ ਆਪੇ ਹੀ ਖਾਹੋ। ਜਿਹੋ ਜਿਹਾ ਤੂੰ ਬੀਜੇਗਾ ਭਾਵ ਕਰਮ ਕਰੇਗਾ, ਉਸ ਦਾ ਫਲ ਤੈਨੂੰ ਹੀ ਭੋਗਣਾ ਪਵੇਗਾ। ਕੋਈ ਵੀ ਮਨ, ਬਚਨ ਜਾਂ ਸਰੀਰ ਨਾਲ ਕਰਮ ਕਰਨਾ ਹੋਵੇ, ਉਸ ਨੂੰ ਗੁਰੂ ਦਰਸਾਈ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਫਿਰ ਉਸ ਕਰਮ ਨੂੰ ਕਰਨਾ ਚਾਹੀਦਾ ਹੈ। ਗੁਰੂ ਅਗਵਾਈ ਅਧੀਨ ਹੀ ਚੱਲਣ ਨਾਲ ਸੁੱਖ ਹਨ। ਸਿੱਖ ਹੈ ਹੀ ਉਹ ਜੋ ਗੁਰੂ ਭਾਣੇ ਅਨੁਸਾਰ ਚੱਲਦਾ ਹੈ। ਸੋ ਸਿੱਖ ਸਖਾ ਬੰਦਬ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਅਤੇ ਜੋ ਵੀ ਵਿਅਕਤੀ ਗੁਰੂ ਜੀ ਦੀ ਅਗਵਾਈ ਨੂੰ ਨਜ਼ਰੋਂ ਪਰੋਖੇ ਕਰਕੇ ਮਨ ਦੇ ਅਧੀਨ ਚੱਲਦਾ ਹੈ, ਉਹ ਵਿਅਕਤੀ ਗੁਰੂ ਤੋਂ ਦੂਰ ਹੋ ਕੇ ਕਈ ਤਰ੍ਹਾਂ ਦੇ ਦੁੱਖਾਂ ਨੂੰ ਭੋਗਦਾ ਹੈ। ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ। ਕਿਸ ਤਰ੍ਹਾਂ ਇੱਕ ਗੁਰਸਿੱਖ ਵਿਅਕਤੀ ਨੇ ਆਪਣੇ ਨਵੇਂ ਬਣੇ ਕੁੜਮਾਂ ਨੂੰ ਖੁਸ਼ ਕਰਨ ਲਈ ਬਾਬਾ ਜੀ ਦੇ ਬਚਨ ਵੀ ਨਹੀਂ ਮੰਨੇ ਅਤੇ ਗੁਰਬਾਣੀ ਦੇ ਹੁਕਮ ਨੂੰ ਵੀ ਨਹੀਂ ਮੰਨਿਆ ਅਤੇ ਦੁਨੀਆ ਦੇ ਲੋਕਾਂ ਨੂੰ ਖੁਸ਼ ਕਰਨ ਖਾਤਰ ਮਾੜਾ ਕਰਮ ਕਰ ਬੈਠਾ, ਪਰ ਉਸ ਦੀ ਸਜ਼ਾ ਵੀ ਉਸ ਨੂੰ ਕਿੰਨੀ ਭੋਗਣੀ ਪਈ ਅਤੇ ਅੱਜ ਵੀ ਉਹ ਵਿਅਕਤੀ ਉਸ ਸਜ਼ਾ ਨੂੰ ਭੋਗ ਰਿਹਾ ਹੈ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੁਰਮੁਖ ਨੇ ਆਪਣੀ ਬੱਚੀ ਦਾ ਰਿਸ਼ਤਾ ਦੁਨਿਆਵੀ ਤੌਰ ਤੇ ਇੱਕ ਮਾਇਆਧਾਰੀ ਘਰ ਵਿੱਚ ਕੀਤਾ। ਵਿਆਹ ਦਾ ਦਿਨ ਵੀ ਤੈਅ ਹੋ ਗਿਆ, ਲੈਣ ਦੇਣ ਦੀਆਂ ਸ਼ਰਤਾਂ ਵੀ ਤੈਅ ਹੋ ਗਈਆਂ। ਅਖੀਰ ਬਰਾਤ ਦੇ ਪ੍ਰਸ਼ਾਦੇ ਦੀ ਗੱਲ ਤੈਅ ਕਰਨ ਤੇ ਬਰਾਤੀ ਘਰ ਵਾਲਿਆਂ ਨੇ ਮਾਸ ਸ਼ਰਾਬ ਦੀ ਮੰਗ ਕੀਤੀ। ਇਸ ਵਿਅਕਤੀ ਨੇ ਥੋੜੀ ਨਾ ਨੁੱਕਰਤਾ ਕੀਤੀ, ਪਰ ਨਾਲ ਹੀ ਮਨ ਵਿੱਚ ਇਹ ਖਿਆਲ ਵੀ ਉਸਦੇ ਆ ਗਿਆ ਕਿ ਜੇ ਮੈਂ ਇਹਨਾਂ ਦੀ ਇੱਛਾ ਪੂਰੀ ਨਾ ਕੀਤੀ ਤਾਂ ਸ਼ਾਇਦ ਇਹ ਰਿਸ਼ਤੇ ਨੂੰ ਜਵਾਬ ਨਾ ਦੇ ਦੇਣ। ਇਸ ਲਈ ਉਸ ਵਿਅਕਤੀ ਨੇ ਮਾਸ ਸ਼ਰਾਬ ਦੀ ਦਾਵਤ ਦੇਣੀ ਮੰਨ ਲਈ ਅਤੇ ਆਨੰਦ ਕਾਰਜ ਦੇ ਦਿਨ ਨੇੜੇ ਆਉਂਦੇ ਗਏ। ਲੜਕੀ ਦੇ ਆਨੰਦ ਕਾਰਜ ਦਾ ਸੱਦਾ ਪੱਤਰ ਦੇਣ ਉਹ ਬਾਬਾ ਜੀ ਪਾਸ ਪੁੱਜਾ ਅਤੇ ਬੇਨਤੀ ਕੀਤੀ। ਆਪ ਜੀ ਨੇ ਵੀ ਆਨੰਦ ਕਾਰਜ ਦੇ ਸਮੇਂ ਦਰਸ਼ਨ ਦੇਣ ਦੀ ਕਿਰਪਾ ਕਰਨੀ ਹੈ। ਬਾਬਾ ਜੀ ਨੇ ਉਸ ਨੂੰ ਪੁੱਛਿਆ, ਕਿੱਥੇ ਰਿਸ਼ਤਾ ਕੀਤਾ ਹੈ? ਦੱਸਣ ਤੋਂ ਬਾਅਦ ਚਲਦੀਆਂ ਗੱਲਾਂ ਵਿੱਚ ਉਸ ਵਿਅਕਤੀ ਨੇ ਇਹ ਵੀ ਦੱਸ ਦਿੱਤਾ ਕਿ ਮੈਂ ਜਾਂਜੀ ਰਿਸ਼ਤੇਦਾਰਾਂ ਦੇ ਪ੍ਰਭਾਵ ਅਧੀਨ ਮਾਸ ਸ਼ਰਾਬ ਦੀ ਰੋਟੀ ਕਰਨ ਲਈ ਵੀ ਹਾਂ ਕਰ ਦਿੱਤੀ ਹੈ। ਬਾਬਾ ਜੀ ਨੇ ਉਸ ਵਿਅਕਤੀ ਦੀ ਸਾਰੀ ਗੱਲਬਾਤ ਸੁਣ ਕੇ ਇੱਕ ਠੰਡਾ ਜਿਹਾ ਸਾਹ ਲੈ ਕੇ ਉਸ ਨੂੰ ਕਿਹਾ, ਭਲਿਆ ਲੋਕਾ, ਕੁੜਮਾਂ ਦੇ ਦੁਨਿਆਵੀ ਪ੍ਰਭਾਵ ਕਾਰਨ ਆਪਣੇ ਗੁਰੂ ਨੂੰ ਪਿੱਠ ਦੇਣੀ ਅਤੇ ਨਾ ਕਰਨ ਯੋਗ ਕਰਮ ਨੂੰ ਕਰਨਾ ਇਹ ਬਹੁਤ ਮਾੜਾ ਹੈ। ਇਸ ਤਰ੍ਹਾਂ ਗੁਰੂ ਦੀ ਨਾਰਾਜ਼ਗੀ ਲੈ ਕੇ ਅਸੀਂ ਕੀ ਖੱਟਾਂਗੇ? ਬੱਚੀਆਂ ਦਾ ਵਿਆਹ ਕਰਨ ਨੂੰ ਸਿਆਣੇ ਲੋਕ ਬਹੁਤ ਵੱਡਾ ਪੁੰਨ ਦਾਨ ਕਰਨਾ ਸਮਝਦੇ ਹਨ। ਇੱਕ ਪਾਸੇ ਤੁਸੀਂ ਪੁੰਨ ਕਰਨਾ ਹੈ, ਦੂਜੇ ਪਾਸੇ ਪਤਾ ਨਹੀਂ ਕਿੰਨੇ ਕੁ ਜੀਵਾਂ ਦੀ ਹੱਤਿਆ ਹੋਣੀ ਹੈ ਅਤੇ ਉਹ ਵੀ ਥੋੜੇ ਸਮੇਂ ਲਈ ਜੀਵ ਦੇ ਸਵਾਦ ਦੇ ਖਾਤਰ। ਕੀ ਤੂੰ ਬਾਬਾ ਕਬੀਰ ਜੀ ਦਾ ਬਚਨ ਨਹੀਂ ਪੜਿਆ? ਕਬੀਰ, ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ।
ਦਫ਼ਤਰ ਲੇਖਾ ਨੀਕਸੈ ਮਾਰ ਮੋਹੈ ਮੋਹਿ ਖਾਏ। ਵਿਆਹ ਉਪਰੰਤ ਲੜਕੀ ਤਾਂ ਆਪਣੇ ਘਰ ਚਲੀ ਹੀ ਜਾਵੇਗੀ, ਪਰ ਇਹਨੇ ਜੀਵਾਂ ਦੀ ਹੱਤਿਆ ਦਾ ਕੌਣ ਭਾਗੀ ਬਣੇਗਾ? ਯਾਦ ਰੱਖਣਾ, ਇਹਨਾਂ ਜੀਵਾਂ ਦੀ ਹੱਤਿਆ ਦਾ ਲੇਖਾ ਇੱਥੇ ਅਤੇ ਅੱਗੇ ਤੈਨੂੰ ਹੀ ਦੇਣਾ ਪੈਣਾ ਹੈ। ਜੇ ਤੁਹਾਡੀ ਲੜਕੀ ਦਾ ਦਾਣਾ ਪਾਣੀ ਉਸ ਘਰ ਵਿੱਚ ਹੈ ਤਾਂ ਉਸ ਨੇ ਉਸ ਘਰ ਵਿੱਚ ਹੀ ਖਾਣਾ ਹੈ। ਮਾਸ ਸ਼ਰਾਬ ਦੀਆਂ ਦਾਵਤਾਂ ਦੇਣ ਨਾਲ ਦਾਣਾ ਪਾਣੀ ਵੱਧਦਾ ਨਹੀਂ ਜਾਣਾ ਅਤੇ ਨਾ ਦੇਣ ਨਾਲ ਉਸ ਦਾ ਸਬੰਧ ਖਤਮ ਨਹੀਂ ਹੋ ਜਾਣਾ। ਜੇ ਤੁਸੀਂ ਗੁਰਸਿੱਖ ਅੰਮ੍ਰਿਤ ਛਕ ਕੇ ਇਹੋ ਜਿਹੇ ਮਨਮੁਖਤਾਈ ਦੇ ਕਰਮ ਕਰਨ ਲੱਗ ਪਏ ਤਾਂ ਬਾਕੀ ਕਿਹੜੇ ਖੂਹ ਖਾਤੇ ਵਿੱਚ ਡਿੱਗਣਗੇ। ਗੁਰਸਿੱਖ ਨੂੰ ਆਪਣੇ ਅਸੂਲ ਦਾ ਤਿਆਗ ਨਹੀਂ ਕਰਨਾ ਚਾਹੀਦਾ। ਜੋ ਅਸੂਲ ਦਾ ਤਿਆਗ ਕਰ ਦਿੰਦਾ ਹੈ ਉਸ ਦੇ ਪੱਲੇ ਲੋਕ ਪਰਲੋਕ ਦੇ ਧੱਕੇ ਹੀ ਪੈਂਦੇ ਹਨ। ਜੇ ਤੁਸੀਂ ਗੁਰਸਿੱਖ ਸੱਜ ਕੇ ਇਹੋ ਜਿਹੇ ਕਰਮ ਕਰੋਗੇ ਤਾਂ ਬਾਕੀਆਂ ਨੂੰ ਕਿਸ ਮੂੰਹ ਨਾਲ ਤੁਸੀਂ ਇਹਨਾਂ ਮਾੜੇ ਕਰਮਾਂ ਤੋਂ ਬਚਣ ਲਈ ਕਹਿ ਸਕਦੇ ਹੋ? ਕਹਿ ਉਹ ਹੀ ਸਕਦਾ ਹੈ ਜੋ ਆਪ ਅਮਲੀ ਜੀਵਨ ਦਾ ਧਾਰਨੀ ਹੈ। ਜੋ ਦਿਖਾਵੇ ਵਿੱਚ ਕੁਝ ਹੋਰ ਅਤੇ ਕਰਨੀ ਵਿੱਚ ਕੁਝ ਹੋਰ ਹੈ, ਉਹ ਵਿਅਕਤੀ ਗੁਰੂ ਦਰ ਤੇ ਪ੍ਰਵਾਨ ਨਹੀਂ ਹੁੰਦਾ। ਇਸ ਲਈ ਅਜੇ ਵੀ ਸਮਾਂ ਹੈ, ਵਿਚਾਰ ਕਰ ਲਵੋ, ਗੁਰੂ ਹੁਕਮ ਨੂੰ ਵਿਚਾਰੋ। ਉਹ ਵਿਅਕਤੀ ਨਿੰਮੋ ਚੁਣਾ ਹੋਇਆ ਬਾਬਾ ਜੀ ਦੇ ਬਚਨ ਸੁਣੀ ਗਿਆ ਅਤੇ ਅੰਤ ਵਿੱਚ ਆਨੰਦ ਕਾਰਜ ਦੇ ਸਮੇਂ ਸ਼ਾਮਲ ਹੋਣ ਲਈ ਬੇਨਤੀ ਕੀਤੀ। ਪਰ ਬਾਬਾ ਜੀ ਨੇ ਉੱਤਰ ਦਿੱਤਾ ਕਿ ਇਹੋ ਜਿਹੇ ਆਨੰਦ ਕਾਰਜ ਦੇ ਸਮੇਂ ਜਿੱਥੇ ਜੀਵ ਦੇ ਸਵਾਦ ਦੀ ਖਾਤਰ ਕਿੰਨੇ ਹੀ ਜੀਵਾਂ ਦੀ ਹੱਤਿਆ ਕੀਤੀ ਜਾਣੀ ਹੈ, ਜਿੱਥੇ ਗੁਰੂ ਦੇ ਦੱਸੇ ਮਾਰਗ ਦਾ ਤਿਆਗ ਕਰਕੇ ਲੋਕਾਚਾਰੀ ਲਈ ਅਸੂਲ ਦਾ ਤਿਆਗ ਕੀਤਾ ਜਾਣਾ ਹੈ, ਸਾਡਾ ਸ਼ਾਮਲ ਹੋਣਾ ਮੁਸ਼ਕਿਲ ਹੈ। ਥੋੜਾ ਸਮਾਂ ਬੈਠ ਕੇ ਉਹ ਵਿਅਕਤੀ ਆਪਣੇ ਘਰ ਚਲਾ ਗਿਆ ਅਤੇ ਨਿਯਤ ਕੀਤੇ ਸਮੇਂ ਅਨੁਸਾਰ ਬਰਾਤ ਵੀ ਆ ਗਈ। ਇੱਕ ਪਾਸੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਥੋੜੀ ਹੀ ਦੂਰ ਦੁੱਖ ਨਾਲ ਭਰੇ ਹੋਏ ਬੱਕਰੇ ਮੈਂ ਕਰਦੇ ਜੀਭ ਦਾ ਸਵਾਦ ਪੂਰਾ ਕਰਨ ਲਈ ਆਪਣੇ ਅੰਤ ਦੀ ਉਡੀਕ ਕਰ ਰਹੇ ਸਨ। ਦੁਪਹਿਰ ਤੱਕ ਇਹ ਆਨੰਦ ਅਤੇ ਖੁਸ਼ੀ ਦਾ ਲਲਮਾ ਸਮਾਗਮ ਸਮਾਪਤ ਹੋਇਆ। ਬਰਾਤੀ ਖਾ ਪੀ ਕੇ ਡਿੱਗਦੇ ਟਹਿੰਦੇ ਆਪਣੇ ਘਰਾਂ ਨੂੰ ਪੁੱਜ ਗਏ। ਉਹਨਾਂ ਪਾਸੋਂ ਬਚਿਆ ਖੁਸ਼ੀਆਂ ਮਾਲ ਮਾਈਆਂ ਨੇ ਵੀ ਖਾ ਛੱਡਿਆ ਅਤੇ ਰਹਿੰਦੀ ਸ਼ਰਾਬ ਪੀ ਕੇ ਕੋਈ ਕਿਤੇ ਡਿੱਗਾ ਅਤੇ ਕੋਈ ਕਿਤੇ ਡਿੱਗਾ ਪਿਆ ਸੀ। ਇੱਕ ਗੱਲੋਂ ਤਾਂ ਮੌਜ ਸੀ ਕਿ ਘਰ ਵਾਲਿਆਂ ਨੂੰ ਬਿਸਤਰਿਆਂ ਦੀ ਜਾਂ ਉਹਨਾਂ ਦੇ ਆਦਰ ਮਾਨ ਕਰਨ ਦੀ ਚਿੰਤਾ ਨਹੀਂ ਸੀ। ਮੁੱਕਦੀ ਗੱਲ, ਲੜਕੀ ਆਪਣੇ ਘਰ ਗਈ ਅਤੇ ਸਰਦਾਰ ਜੀ ਤੀਜੇ ਦਿਨ ਕਿਸੇ ਕੰਮ ਕਾਰਨ ਜਲੰਧਰ ਛਾਉਣੀ ਗਏ ਅਤੇ ਉਸ ਦੇ ਸਕੂਟਰ ਦਾ ਐਕਸੀਡੈਂਟ ਹੋ ਗਿਆ, ਜਿਸ ਨਾਲ ਉਸ ਦਾ ਚੂਲਾ ਟੁੱਟ ਗਿਆ। ਉੱਥੋਂ ਸਰਦਾਰ ਜੀ ਨੂੰ ਦੁੱਖ ਨਾਲ ਚਲਾਉਂਦਿਆਂ ਨੂੰ ਕੁਝ ਲੋਕਾਂ ਨੇ ਕਾਰ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਅਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਠੀਕ ਨਹੀਂ ਹੋ ਸਕਦੇ। ਇਹਨਾਂ ਦਾ ਆਪਰੇਸ਼ਨ ਕਰਕੇ ਸਟੀਲ ਦੀ ਰਾੜ ਪਵੇਗੀ, ਜਿਸ ਦਾ ਇੱਥੇ ਇੰਤਜ਼ਾਮ ਨਹੀਂ ਹੈ। ਪਰ ਘਰ ਵਾਲਿਆਂ ਦੇ ਜ਼ੋਰ ਪਾਉਣ ਤੇ ਕਿ ਥੋੜਾ ਜਿਹਾ ਇਸ ਦਾ ਦਰਦ ਘਟ ਜਾਏ, ਇਸ ਨੂੰ ਵੱਡੇ ਹਸਪਤਾਲ ਲੈ ਜਾਵਾਂਗੇ। ਡਾਕਟਰਾਂ ਨੇ ਵੀ ਉਸ ਨੂੰ ਮੰਜੇ ਤੇ ਆਰਾਮ ਲਈ ਪਾ ਦਿੱਤਾ। 5-6 ਦਿਨ ਐਸੀ ਹੀ ਹਾਲਤ ਵਿੱਚ ਅਤ ਦੁੱਖ ਵਿੱਚ ਦਿਨ ਰਾਤ ਚੀਕ ਪੁਕਾਰ ਕਰਦਿਆਂ ਉਸ ਦੇ ਬੀਤੇ। ਇਸ ਦੁੱਖ ਨੂੰ ਤਾਂ ਉਹ ਹੀ ਜਾਣਦੇ ਹਨ ਜੋ ਖਬਰ ਸੁਰਤ ਲੈਣ ਲਈ ਜਾਂਦੇ ਸਨ। ਇਸ ਦੀਆਂ ਕੋਹਲਾਟਾਂ ਸੁਣ ਕੇ ਖਬਰ ਲੈਣ ਗਏ ਵਿਅਕਤੀ ਦਾ ਵੀ ਦਿਲ ਕੰਬਣ ਲੱਗ ਜਾਂਦਾ ਸੀ। ਡਾਕਟਰਾਂ ਦੇ ਵਾਰ-ਵਾਰ ਕਹਿਣ ਤੇ ਪਰਿਵਾਰ ਦੇ ਮੈਂਬਰ ਸਰਦਾਰ ਜੀ ਨੂੰ ਵੱਡੇ ਹਸਪਤਾਲ ਖੜਨ ਦੀ ਥਾਂ ਘਰ ਲੈ ਗਏ ਅਤੇ ਦੇਸੀ ਸਿਆਣੇ ਪਾਸੋਂ ਚੁੱਲ੍ਹਾ ਚੜਾਉਣ ਅਤੇ ਮਲ ਮਲਾਈ ਦਾ ਕੰਮ ਸ਼ੁਰੂ ਹੋਇਆ। ਤਕਰੀਬਨ 3 ਮਹੀਨੇ ਅਤ ਦੁੱਖ ਸਹਿਤ ਮੰਜੇ ਉੱਪਰ ਹੀ ਸਾਰੀ ਕਿਰਿਆ ਕੀਤੀ ਅਤੇ ਅਧੀਨ ਹੋ ਕੇ ਦਿਨ ਕੱਟਣੇ ਪਏ। ਚੌਥੇ ਮਹੀਨੇ ਥੋੜਾ ਆਰਾਮ ਆਇਆ ਤੇ ਮੰਜੇ ਤੇ ਬੈਠਣ ਲੱਗ ਪਏ। ਇਸ ਔਖੇ ਸਮੇਂ ਵਿੱਚ ਉਸ ਵਿਅਕਤੀ ਦਾ ਜੋ ਵੀ ਹਾਲਚਾਲ ਪੁੱਛਣ ਜਾਂਦਾ, ਉਸ ਨੂੰ ਇਹ ਆਪ ਮਹਾਰੇ ਹੋ ਕਹਿਣ ਲੱਗਦਾ ਕਿ ਮੈਨੂੰ ਬੇਜ਼ਬਾਨਾਂ ਦੀ ਹੱਤਿਆ ਲੈ ਬੈਠੀ ਹੈ। ਮੈਂ ਨਵੇਂ ਬਣਨ ਵਾਲੇ ਕੁੜਮਾਂ ਦੀ ਖੁਸ਼ੀ ਲੈਣ ਲਈ ਇਹ ਜੀਵ ਹੱਤਿਆ ਕਰਵਾਈ, ਜਿਸ ਦਾ ਫਲ ਮੈਨੂੰ ਇਸ ਦੁੱਖ ਰਾਹੀਂ ਭੋਗਣਾ ਪੈ ਰਿਹਾ ਹੈ। ਪਹਿਲੇ ਇਹਨਾਂ ਦਿਨਾਂ ਵਿੱਚ ਜਦੋਂ ਜ਼ਿਆਦਾ ਤਕਲੀਫ ਸੀ, ਸਰਦਾਰ ਜੀ ਨੇ ਬਾਬਾ ਜੀ ਨੂੰ ਬੇਨਤੀ ਭੇਜੀ ਕਿ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਵੋ। ਮੈਂ ਆਪ ਜੀ ਦਾ ਬਚਨ ਨਹੀਂ ਮੰਨਿਆ। ਜਿਵੇਂ ਕਿ ਮਹਾਂਪੁਰਖਾਂ ਦਾ ਸੁਭਾਅ ਦਿਆਲੂ ਹੁੰਦਾ ਹੈ, ਬਾਬਾ ਜੀ ਉਸ ਦੀ ਖਬਰ ਲੈਣ ਚਲੇ ਗਏ। ਬਾਬਾ ਜੀ ਕੋਲੋਂ ਉਹ ਵਿਅਕਤੀ ਜਾਰੋ ਜਾਰ ਰੋ ਕੇ ਮਾਫੀ ਮੰਗਣ ਲੱਗਾ ਕਿ ਮੈਥੋਂ ਬੜੀ ਭੁੱਲ ਹੋ ਗਈ ਹੈ। ਮੈਂ ਬਣਨ ਵਾਲੇ ਕੁੜਮਾਂ ਦੇ ਪ੍ਰਭਾਵ ਹੇਠ ਆ ਕੇ ਗੁਰਮਤ ਦੇ ਅਸੂਲ ਦਾ ਤਿਆਗ ਕੀਤਾ ਹੈ। ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਬਾਬਾ ਜੀ ਉਸ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਸਰਦਾਰ ਜੀ, ਇਹ ਤੁਹਾਨੂੰ ਭੁਲੇਖਾ ਹੈ।
ਬਖਸ਼ਣ ਵਾਲਾ ਤਾਂ ਉਹ ਗੁਰੂ ਮਾਲਕ ਹੈ। ਕੋਈ ਬੰਦਾ ਕਿਸੇ ਦੇ ਪਾਪ ਕਰਮਾਂ ਨੂੰ ਬਖਸ਼ ਨਹੀਂ ਸਕਦਾ। ਉਸ ਮਾਲਕ ਦੇ ਅੱਗੇ ਆਪਣੀ ਗਲਤੀ ਮੰਨ ਕੇ ਖਿਮਾ ਮੰਗੋ। ਅਸੀਂ ਤਾਂ ਤੁਹਾਨੂੰ ਬੇਨਤੀ ਕਰ ਦਿੱਤੀ ਸੀ, ਪਰ ਤੁਸੀਂ ਨਹੀਂ ਮੰਨੀ। ਜਿਨ੍ਹਾਂ ਦੀ ਖਾਤਰ ਤੁਸੀਂ ਇੰਨਾ ਪਾਪ ਕੀਤਾ ਹੈ, ਕਿ ਉਹ ਤੁਹਾਡੇ ਦੁੱਖ ਵਿੱਚ ਭਾਈਵਾਲ ਬਣ ਕੇ ਤੁਹਾਡਾ ਦੁੱਖ ਵੰਡਾ ਰਹੇ ਹਨ। ਉਹ ਤਾਂ ਖਾ ਪੀ ਕੇ ਆਪਣੇ ਘਰੀਂ ਚਲੇ ਗਏ। ਕੀਤੇ ਪਾਪ ਕਰਮ ਦਾ ਫਲ ਤੁਹਾਨੂੰ ਭੋਗਣਾ ਪੈਣਾ ਹੈ। ਇੱਥੇ ਹੀ ਬਸ ਨਹੀਂ, ਅਜੇ ਇਹ ਕੀਤੇ ਪਾਪ ਕਰਮ ਦਾ ਥੋੜਾ ਭੁਗਤਾਨ ਹੋਇਆ ਹੈ, ਬਕਾਇਆ ਤਾਂ ਅਜੇ ਸਿਰ ਤੇ ਖੜਾ ਹੈ। ਕਿਉਂਕਿ ਕੁਦਰਤ ਦਾ ਨਿਯਮ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਹੋਈ ਨਾ ਪਕੜਿਆ ਕਿਸਾ ਥਾਏ। ਜੋ ਕਰਮ ਤੁਸੀਂ ਕੀਤੇ ਜਾਂ ਕਰਵਾਏ ਹਨ, ਉਹਨਾਂ ਦਾ ਫਲ ਤਾਂ ਤੁਹਾਨੂੰ ਭੋਗਣਾ ਹੀ ਪੈਣਾ ਹੈ। ਤੁਹਾਡੇ ਕਰਮਾਂ ਦਾ ਫਲ ਕਿਸੇ ਹੋਰ ਨੇ ਨਹੀਂ ਭੋਗਣਾ। ਹੁਣ ਹਾਏ ਹਾਏ ਕਰਨ ਦੀ ਥਾਂ ਪਛਤਾਵਾ ਕਰਕੇ ਉਸ ਮਾਲਕ ਅੱਗੇ ਹੀ ਅਰਦਾਸ ਕਰੋ। ਉਹ ਬੜਾ ਦਿਆਲੂ ਹੈ, ਕਿਰਪਾਲੂ ਹੈ। ਉਸ ਦੀ ਬਖਸ਼ਿਸ਼ ਦੀ ਨਿਗਾਹ ਅੱਗੇ ਇਹ ਕਰਮ ਹੜ ਦੇ ਅੱਗੇ ਤਿਨਕੇ ਵਾਂਗੂ ਰੁੜ ਜਾਂਦੇ ਹਨ। ਬੀਤ ਚੁੱਕਾ ਸਮਾਂ ਹੁਣ ਹੱਥ ਨਹੀਂ ਆਉਣ ਲੱਗਾ। ਹੁਣ ਸਮਾਂ ਜੋ ਤੁਹਾਡੇ ਪਾਸ ਹੈ, ਇਸ ਸਮੇਂ ਵਿੱਚ ਪਿਛਲੇ ਕੀਤੇ ਪਾਪ ਕਰਮਾਂ ਦਾ ਪਛਤਾਵਾ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਯਤਨ ਕਰੋ ਅਤੇ ਅਗਲੇਰੇ ਆਉਣ ਵਾਲੇ ਸਮੇਂ ਵਿੱਚ ਗੁਰੂ ਸਿੱਖਿਆ ਅਧੀਨ ਮਾੜੇ ਕਰਮ ਕਰਨ ਤੋਂ ਸਦਾ ਸੁਚੇਤ ਰਹੋ। ਤਕਰੀਬਨ 1 ਸਾਲ ਮੰਜੇ ਤੇ ਪੈ ਕੇ ਦੁੱਖ ਭੋਗਣ ਉਪਰੰਤ ਵੀ ਅਜੇ ਵੀ ਉਹ ਸਰਦਾਰ ਇੱਕ ਲੱਤ ਤੇ ਪਾਰ ਲੰਘਾ ਕੇ ਤੁਰਦੇ ਹਨ ਅਤੇ ਹੁਣ ਹੋਰ ਕਈਆਂ ਨੂੰ ਮਾੜੇ ਕਰਮ ਕਰਨ ਤੋਂ ਬਚਣ ਲਈ ਆਪਣੀ ਹੱਡ ਬੀਤੀ ਦੱਸ ਕੇ ਸਿੱਖਿਆ ਦਿੰਦੇ ਹਨ। ਇਸ ਸਾਖੀ ਤੋਂ ਸਾਡੇ ਲਈ ਵੀ ਸਿੱਧ ਹੈ, ਸਾਨੂੰ ਹਰ ਕਰਮ ਕਰਨ ਤੋਂ ਪਹਿਲੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਜੀਵਨ ਯਾਤਰਾ ਵਿੱਚ ਵਿਚਰਦੇ ਹੋਏ ਕਈ ਐਸੇ ਸਮੇਂ ਆ ਜਾਂਦੇ ਹਨ ਜਦੋਂ ਅਸੀਂ ਆਪਣੀ ਸੁਰਤ ਨੂੰ ਗੁਰਬਾਣੀ ਦੀ ਅਗਵਾਈ ਤੋਂ ਅਵੇਸਲੇ ਕਰਕੇ ਇੱਕ ਐਸੇ ਪਾਪ ਕਰਮ ਕਰ ਬੈਠਦੇ ਹਾਂ, ਜਿਨ੍ਹਾਂ ਦੇ ਕਰਨ ਨਾਲ ਲੋਕ ਵਿੱਚ ਦੁੱਖ ਅਤੇ ਪਰਲੋਕ ਵਿੱਚ ਵੀ ਪਾਪ ਦੇ ਭਾਗੀ ਬਣ ਕੇ ਮਾਲਕ ਤੋਂ ਅਸੀਂ ਸਦਾ ਲਈ ਦੂਰ ਹੋ ਜਾਂਦੇ ਹਾਂ। ਇਸ ਲਈ ਐਸਾ ਕਰਮ ਕਰਨ ਤੋਂ ਸਤਿਗੁਰਾਂ ਨੇ ਸਾਨੂੰ ਸਾਵਧਾਨ ਕੀਤਾ ਹੈ ਕਿ हे ਮਨ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ। ਇਹੋ ਜਿਹਾ ਕਰਮ ਕਦੇ ਨਹੀਂ ਕਰਨਾ ਚਾਹੀਦਾ ਜਿਸ ਦੇ ਕਰਨ ਨਾਲ ਅੰਤ ਨੂੰ ਪਛਤਾਵਾ ਹੀ ਪੱਲੇ ਪਵੇ। ਕਿਉਂਕਿ ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਉਸ ਦਾ ਫਲ ਉਸ ਨੂੰ ਇੱਥੇ ਅਤੇ ਅੱਗੇ ਭੋਗਣਾ ਹੀ ਪੈਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਦਾ ਵੀ ਆਸਾ ਜੀ ਦੀ ਵਾਰ ਵਿੱਚ ਫਰਮਾਨ ਹੈ, ਮੰਦਾ ਚੰਗਾ ਆਪਨਾ ਆਪੇ ਹੀ ਕੀਤਾ ਪਾਵਨਾ, ਹੁਕਮ ਕੀਏ ਮਨ ਭਾਵ ਦੇ ਰਾਹ ਭੀੜੈ ਅੱਗੇ ਜਾਵਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।